ਵਾਹਿਗੁਰੂ ਸਾਹਿਬ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰਖਾਂ ਸੰਭਾਲ। ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰਖਾਂ ਸੰਭਾਲ। ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੇ ਸਤਸੰਗੀ ਪਿਆਰਿਓ, ਗੁਰੂ ਚਰਨਾਂ 'ਚ ਜੁੜ ਬੈਠ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਲਈ ਸਿੱਖ ਰਹਿਤ ਮਰਿਆਦਾ ਦੀ ਵਿਚਾਰ ਦੀ ਸਾਂਝ ਪਾਈਏ। ਸਮੂਹ ਸੰਗਤ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਿਆਦਾ ਦੀ ਵਿਚਾਰ ਵਿੱਚ ਜਿਸ ਸਰਲੇਖ ਤੋਂ ਆਪਾਂ ਅੱਜ ਵਿਚਾਰ ਆਰੰਭ ਕਰਨੀ ਹੈ, ਉਸ ਸਰਲੇਖ ਦਾ ਨਾਮ ਹੈ ਆਨੰਦ ਕਾਰਜ। ਗੁਰਮਤਿ ਅਨੁਸਾਰ, ਗੁਰਮਤਿ ਦੀ ਰਹੋ ਰੀਤ ਅਨੁਸਾਰ ਕੀਤਾ ਹੋਇਆ ਵਿਆਹ ਜਿਹੜਾ ਉਸ ਨੂੰ ਆਨੰਦ ਕਾਰਜ ਕਹਿੰਦੇ ਨੇ। ਔਰ ਆਨੰਦ ਕਾਰਜ ਦੇ ਤਹਿਤ ਜੋ ਵਿਦਵਾਨਾਂ ਨੇ ਨਿਯਮ ਇਕੱਤਰ ਕੀਤੇ ਨੇ, ਉਹਨਾਂ ਦੀ ਵਿਚਾਰ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਨੰਦ ਕਾਰਜ ਦੇ ਇਤਿਹਾਸ ਦੇ ਸੰਬੰਧ ਵਿੱਚ ਆਪ ਜੀ ਨੂੰ ਗਿਆਤ ਕਰਾਉਣ ਵਾਸਤੇ ਬੇਨਤੀ ਕਰਾਂ ਕਿ ਸਿੱਖ ਧਰਮ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਤੋਂ ਲੈ ਕੇ ਕਿਸੇ ਵੀ ਐਸੀ ਅਨਮਤੀ ਰੀਤ ਨੂੰ ਨਹੀਂ ਪ੍ਰਵਾਨ ਕੀਤਾ। ਔਰ ਜਨੇਊ ਪਾਉਣ ਦੀ ਰਸਮ ਤੋਂ ਲੈ ਕੇ ਜਦੋਂ ਕਿ ਗੁਰੂ ਨਾਨਕ ਸਾਹਿਬ ਦੀ ਉਮਰ ਉਸ ਸਮੇਂ 9 ਸਾਲ ਦੇ ਕਰੀਬ ਸੀ, ਉਦੋਂ ਵੀ ਇੱਕ ਹਿੰਦੂ ਧਰਮ ਦੇ ਮੁਤਾਬਕ ਜਨਮ ਸੰਸਕਾਰ ਸੀ, ਜਿਸ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਾ ਕੀਤਾ। ਤੇ ਬਿਲਕੁਲ ਐਵੇਂ ਹਿੰਦੂ ਰੀਤੀ ਮੁਤਾਬਕ ਵੇਦੀ ਦਿਵਾਲੇ ਫੇਰੇ ਲੈ ਕੇ ਵਿਆਹ ਕਰਨਾ, ਇਹ ਵੀ ਕਦੇ ਗੁਰੂ ਨੂੰ ਪ੍ਰਵਾਨ ਨਹੀਂ ਸੀ ਹੋ ਸਕਦਾ। ਪਰ ਸਮੁੱਚੇ ਰੂਪ ਵਿੱਚ ਆਪਾਂ ਦੇਖਦੇ ਹਾਂ
ਸਿੱਖ ਇਤਿਹਾਸ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵਿਦਵਾਨਾਂ ਦਾ ਵਿਚਾਰ ਹੈ ਵੀ ਮੱਥੋ ਤੇ ਮੁਰਾਰੀ ਨਾਮ ਦੇ ਸਿੱਖ ਤੇ ਸਿੱਖਣੀ ਜਿਨ੍ਹਾਂ ਦਾ ਆਨੰਦ ਰੀਤੀ ਦੇ ਨਾਲ ਵਿਆਹ ਗੁਰੂ ਅਮਰਦਾਸ ਮਹਾਰਾਜ ਨੇ ਕਰਵਾਇਆ, ਭਾਵੇਂ ਕਿ ਉਸ ਸਮੇਂ ਦੇ ਪੰਡਤਾਂ ਨੇ ਵਿਰੋਧ ਕੀਤਾ ਤੇ ਇੱਥੋਂ ਤੱਕ ਸ਼ਿਕਾਇਤ ਅਕਬਰ ਤੱਕ ਪਹੁੰਚਾਈ ਗਈ ਕਿ ਇਹ ਵਿਆਹ ਜਿਹੜਾ ਇਹ ਪ੍ਰਵਾਨ ਨਹੀਂ ਹੈ, ਸ਼ੁੱਧ ਨਹੀਂ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਿਆ, ਜੋ ਉਸ ਸਮੇਂ ਭਾਈ ਜੇਠਾ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਗੁਰੂ ਘਰ ਦੀ ਸੇਵਾ ਨਿਭਾ ਰਹੇ ਸਨ। ਤੇ ਉੱਥੇ ਜਾ ਕੇ ਵੀ ਭਾਈ ਜੇਠਾ ਜੀ ਨੇ ਗੁਰਮਤਿ ਦੀ ਵਿਚਾਰਧਾਰਾ ਜਦੋਂ ਖੋਲ ਕੇ ਅੱਗੇ ਰੱਖੀ ਤੇ ਅਕਬਰ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਇਹ ਠੀਕ ਹੈ। ਪਰ ਸਮੇਂ ਦਰ ਸਮੇਂ ਮੁੱਖ ਰੂਪ ਦੇ ਵਿੱਚ ਜਿਹੜਾ ਆਨੰਦ ਕਾਰਜ ਐਕਟ ਪਾਸ ਹੋਇਆ ਹੈ, ਔਰ ਕਿਹੜੇ ਰੂਪ ਵਿੱਚ ਪਾਸ ਹੋਇਆ, ਅੱਜ ਉਹਦੀ ਦੁਬਾਰਾ ਸੋਧ ਕਰਕੇ ਪਾਸ ਕਰਨ ਦੀ ਲੋੜ ਕਿਉਂ? ਕਿਉਂਕਿ ਕੁਦਰਤੀ ਵਿਸ਼ਾ ਵੀ ਆਨੰਦ ਕਾਰਜ ਦਾ ਹੈ ਤੇ ਇਸੇ ਮਹੀਨੇ ਦੇ ਦੌਰਾਨ ਆਨੰਦ ਕਾਰਜ ਐਕਟ ਜਿਹੜਾ ਉਹਨੂੰ ਪਾਸ ਸੋਧ ਕੇ ਕਰਾਉਣ ਦੀ ਵਿਚਾਰ ਵੀ ਚੱਲ ਰਹੀ ਹੈ। ਆਨੰਦ ਕਾਰਜ ਐਕਟ ਮੁੱਖ ਰੂਪ ਦੇ ਵਿੱਚ 1909 ਦੇ ਵਿੱਚ ਹੋਂਦ ਵਿੱਚ ਆਇਆ ਹੈ। ਭਾਵੇਂ ਵਿਦਵਾਨਾਂ ਦਾ ਵਿਚਾਰ ਹੈ ਵੀ ਕੁਝ 19ਵੀਂ ਸਦੀ ਦੇ ਆਰੰਭ ਦੇ ਵਿੱਚ ਹੀ ਬਾਬਾ ਦਿਆਲ ਜੀ ਵਰਗਿਆਂ ਨੇ ਗੁਰੂ ਨਾਨਕ ਸਿਧਾਂਤ ਦਾ ਪ੍ਰਚਾਰ ਕਰਕੇ ਸਿੱਖਾਂ ਨੂੰ ਜਾਗਰੂਕ ਕੀਤਾ। ਉਹਨਾਂ ਦੇ ਉੱਤਰਾਧਿਕਾਰੀ ਦਰਬਾਰਾ ਸਿੰਘ ਹੋਣਾ ਵੀ ਕੁਝ ਇਸ ਪੱਖ ਦੇ ਵਿੱਚ ਪ੍ਰਚਾਰ ਕੀਤਾ, ਪਰ ਮੁੱਖ ਰੂਪ ਦੇ ਵਿੱਚ ਟਿੱਕਾ ਰਿਪੁਦਮਨ ਸਿੰਘ ਮਹਾਰਾਜਾ ਹੀਰਾ ਸਿੰਘ ਦਾ ਸਪੁੱਤਰ 1907 ਦੇ ਵਿੱਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਸਭ ਤੋਂ ਪਹਿਲਾਂ ਉਹਨੇ ਇਸ ਗੱਲ ਨੂੰ ਵਿਚਾਰ ਵਿੱਚ ਲਿਆਂਦਾ ਹੈ ਕਿ ਆਨੰਦ ਕਾਰਜ ਮੁਤਾਬਕ ਹੋਇਆ ਵਿਆਹ ਜਿਹੜਾ ਇਹਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ। ਇਸ ਲਈ 1907 ਵਿੱਚ ਉਸਨੇ ਆਨੰਦ ਕਾਰਜ ਐਕਟ ਪਾਸ ਕਰਾਉਣ ਵਾਸਤੇ ਯਤਨ ਆਰੰਭ ਕੀਤੇ। ਉਸ ਸਮੇਂ ਉਹ ਵਾਇਸਰਾਏ ਦੀ ਕੌਂਸਲ ਦਾ ਇੱਕੋ ਇੱਕ ਸਿੱਖ ਮੈਂਬਰ ਸੀ, ਟਿੱਕਾ ਰਿਪੁਦਮਨ ਸਿੰਘ। ਉਹਨੇ ਜਦੋਂ ਇਹ ਵਿਚਾਰ ਸਾਹਮਣੇ ਰੱਖੇ, ਸਿੱਖ ਜਥੇਬੰਦੀਆਂ, ਵਿਦਵਾਨਾਂ ਇਤਿਆਦਿਕ ਸਿੱਖ ਧਰਮ ਨਾਲ ਸੰਬੰਧਿਤ ਸਾਰੀਆਂ ਧਿਰਾਂ ਦੀ ਮਨਜ਼ੂਰੀ ਵਾਸਤੇ ਜਦੋਂ ਅੰਗਰੇਜ਼ੀ ਸਰਕਾਰ ਨੇ ਆਪਣੇ ਗਜਟ ਦੇ ਵਿੱਚ ਜਿਹੜਾ ਅੰਗਰੇਜ਼ੀ ਭਾਸ਼ਾ, ਪੰਜਾਬੀ ਤੇ ਇਤਿਆਦਿਕ ਹੋਰ ਭਾਸ਼ਾਵਾਂ ਵਿੱਚ ਵੀ ਉਹਨਾਂ ਨੇ ਸਿੱਖ ਵਿਦਵਾਨਾਂ ਜਥੇਬੰਦੀਆਂ ਦੀ ਰਾਏ ਲੈਣ ਵਾਸਤੇ ਇਸ ਬਿੱਲ ਨੂੰ ਭੇਜਿਆ ਤੇ ਮੁਸ਼ਕਲ ਇਹ ਆ ਕੇ ਬਣ ਗਈ ਕਿ ਟਿੱਕਾ ਰਿਪੁਦਮਨ ਸਿੰਘ ਦੇ ਪਿਤਾ ਮਹਾਰਾਜਾ ਹੀਰਾ ਸਿੰਘ ਸਭ ਤੋਂ ਪਹਿਲਾਂ ਵਿਰੋਧ ਵਿੱਚ ਉਹ ਖੜੇ ਹੋਏ। ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਨਾਮ ਹੇਠ ਪੈਂਫਲੇਟ ਛਪਾ ਕੇ ਵੰਡੇ ਇਸ ਬਿੱਲ ਦੇ ਵਿਰੋਧ ਵਿੱਚ। ਤੇ ਹੋਰ ਵੀ ਕੁਝ ਸਿੱਖ ਜਥੇਬੰਦੀਆਂ, ਗ੍ਰੰਥੀ ਸਿੰਘਾਂ ਇਤਿਆਦਿਕ ਜਿਹੜੇ ਪਰੰਪਰਾਗਤ ਤਰੀਕੇ ਨਾਲ ਚੱਲਦੇ ਆਉਣ ਵਾਲੇ ਲੋਕ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਤੇ ਇੱਕ ਵਾਰ ਗੁਰਦੁਆਰਾ ਸੁਧਾਰ ਪ੍ਰਬੰਧ ਤੇ ਇਸ ਬਿੱਲ ਨੂੰ ਕਾਨੂੰਨੀ ਮਾਨਤਾ ਦਿਵਾਉਣ ਵਾਲੇ ਪੜ੍ਹੇ ਲਿਖੇ ਸਿੱਖਾਂ ਨੇ ਜਿਹੜਾ ਯਤਨ ਆਰੰਭ ਕੀਤਾ, ਉਹਦੀ ਵਿਰੋਧਤਾ ਆਪਣੇ ਘਰ ਚੋਂ ਸ਼ੁਰੂ ਹੋਈ ਤੇ ਇੱਕ ਤਰ੍ਹਾਂ ਦੇ ਨਾਲ ਪੜ੍ਹੇ ਲਿਖੇ
ਸੱਜਣ ਸਿੱਖ ਧਰਮ ਦੇ ਤੇ ਜਿਹੜਾ ਪਰੰਪਰਾਗਤ ਤਰੀਕੇ ਨਾਲ ਚੱਲਣ ਵਾਲੇ ਲੋਕ ਨੇ, ਆਪਸ ਵਿੱਚ ਉਹਨਾਂ ਦੀ ਸ਼ਬਦੀ ਜੰਗ ਆਰੰਭ ਹੋ ਗਈ। ਪਰ ਸਮੇਂ ਦੇ ਨਾਲ, ਕਿਉਂਕਿ ਸਮਾਂ ਇਵੇਂ ਦਾ ਸੀ ਕਿ ਮਹਾਰਾਜਾ ਹੀਰਾ ਸਿੰਘ ਸਿੱਖਾਂ ਦੇ ਵਿੱਚ ਉਹਦੀ ਕੋਈ ਵਿਰੋਧਤਾ ਕਰੇ, ਕੋਈ ਆਮ ਗੱਲ ਨਹੀਂ ਸੀ। ਪਰ ਸਿੱਖ ਇਤਿਹਾਸ ਦੇ ਅੰਦਰ ਜੋ ਵੀ ਉਸ ਸਮੇਂ ਮੁਤਾਬਕ ਵਿਦਵਾਨਾਂ ਨੇ ਸਾਡੇ ਤੱਕ ਪਹੁੰਚਾਇਆ ਹੈ, ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਕਿ ਬਾਬਾ ਦਿਆਲ ਜੀ ਸਭ ਤੋਂ ਪਹਿਲਾਂ ਟਿੱਕਾ ਰਿਪੁਦਮਨ ਸਿੰਘ ਦੀ ਹਮਾਇਤ ਤੇ ਆਏ, ਇਸ ਬਿੱਲ ਦੀ ਹਮਾਇਤ ਵਿੱਚ। ਉਸ ਤੋਂ ਬਾਅਦ ਵਿੱਚ ਸੁੰਦਰ ਸਿੰਘ ਮਜੀਠੀਆ, ਉਹ ਭਾਵੇਂ ਮਹਾਰਾਜਾ ਹੀਰਾ ਸਿੰਘ ਨਾਲ ਮਿੱਤਰਤਾ ਰੱਖਦਾ ਸੀ, ਪਰ ਇਸ ਸੰਬੰਧ ਵਿੱਚ ਉਹ ਵੀ ਇਸ ਬਿੱਲ ਦੀ ਹਮਾਇਤ ਤੇ ਆਇਆ। ਹੋਰ ਵੀ ਫਿਰ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਚੀਫ ਖਾਲਸਾ ਦੀਵਾਨ ਦਾ ਸਕੱਤਰ ਸੀ ਸੁੰਦਰ ਸਿੰਘ ਮਜੀਠੀਆ, ਉਹਨੇ ਆਪਣੇ ਯਤਨਾਂ ਦੇ ਨਾਲ ਯਤਨ ਕੀਤਾ ਵੀ ਇਸ ਨੂੰ ਕਾਨੂੰਨੀ ਮਾਨਤਾ ਹੋ ਸਕੇ। ਆਨੰਦ ਕਾਰਜ ਦੀ ਰੀਤੀ ਮੁਤਾਬਕ ਕੀਤਾ ਹੋਇਆ ਵਿਆਹ ਜਿਹੜਾ ਹੈ ਉਹ ਕਾਨੂੰਨੀ ਤੌਰ ਤੇ ਮੰਨਿਆ ਜਾਵੇ। ਪਹਿਲਾਂ ਨਹੀਂ ਸੀ ਮੰਨਿਆ ਜਾਂਦਾ। ਇੱਥੋਂ ਤੱਕ ਕਿ ਜਿਹੜੇ ਪੰਡਤ ਇਸ ਤਰ੍ਹਾਂ ਦੇ ਵਿਆਹ ਬਾਰੇ ਕੋਈ ਗੱਲ ਕਰਦਾ ਤੇ ਉਹ ਕਹਿੰਦੇ ਸੀ ਵੀ ਜਿਹੜਾ ਹਿੰਦੂ ਰੀਤੀ ਮੁਤਾਬਕ ਹੋਇਆ ਵਿਆਹ ਉਹ ਹੀ ਸ਼ੁੱਧ ਤੇ ਪਵਿੱਤਰ ਹੈ। ਆਨੰਦ ਕਾਰਜ ਦੀ ਰੀਤੀ ਦੇ ਨਾਲ ਕੀਤਾ ਵਿਆਹ ਜਿਹੜਾ ਇਹ ਸ਼ੁੱਧ ਤੇ ਪਵਿੱਤਰ ਨਹੀਂ, ਇਸ ਲਈ ਮੰਨਣਯੋਗ ਨਹੀਂ। ਉਹਦਾ ਕਾਰਨ ਇਹ ਸੀ ਕਿ ਜੇ ਆਨੰਦ ਕਾਰਜ ਐਕਟ ਪਾਸ ਹੋ ਜਾਂਦਾ ਹੈ, ਪੰਡਤ ਦੇ ਹੱਥੋਂ ਹਜ਼ਾਰਾਂ ਸਾਮੀਆਂ ਨਿਕਲ ਜਾਂਦੀਆਂ ਜਿਨ੍ਹਾਂ ਦੇ ਵਿਆਹ ਕਰਾਉਣ ਦੇ ਸਮੇਂ ਉਹ ਆਪਣੀ ਪੂਜਾ ਭੇਟਾ ਲੈ ਕਰਕੇ ਉਹਦਾ ਕੰਮ ਚੱਲਦਾ ਸੀ ਤੇ ਸੁਭਾਵਿਕ ਸੀ ਕਿ ਉਹ ਵਿਰੋਧਤਾ ਕਰਦਾ ਤੇ ਉਹਨਾਂ ਰੱਜ ਕੇ ਕੀਤੀ। ਤੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਇਹੋ ਹੀ ਲੋਕ ਸਨ ਜਿਹੜੇ ਆਨੰਦ ਕਾਰਜ ਦੀ ਰੀਤੀ ਮੁਤਾਬਕ ਹੋਏ ਵਿਆਹ ਦੀ ਵਿਰੋਧਤਾ ਵਿੱਚ ਖੜੇ ਹੋਏ। ਪਰ ਜਦੋਂ ਇਹ ਸਾਰੀ ਵਿਚਾਰ ਚੱਲ ਰਹੀ ਸੀ, ਅੰਗਰੇਜ਼ ਸਰਕਾਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਤੇ ਸੈਸ਼ਨ ਜੱਜਾਂ ਵਾਸਤੇ ਇੱਕ ਜਾਰੀ ਕੀਤਾ ਕਿ ਆਪਣੇ ਆਪਣੇ ਇਲਾਕੇ ਦੀ ਰਿਪੋਰਟ ਭੇਜੀ ਜਾਵੇ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ। ਤੇ ਜਦੋਂ ਆਪਣੇ ਆਪਣੇ ਇਲਾਕੇ ਦੇ ਮੁਤਾਬਕ ਜੋ ਲੋਕਾਂ ਦੇ ਵਿਚਾਰ ਸੀ, ਜਿਵੇਂ ਆਨੰਦ ਕਾਰਜ ਦੀ ਰੀਤ ਮੁਤਾਬਕ ਵਿਆਹ ਹੋ ਰਹੇ ਸਨ, ਉਸ ਰਿਪੋਰਟ ਦੇ ਹੱਕ ਵਿੱਚ ਡਿਪਟੀ ਕਮਿਸ਼ਨਰਾਂ, ਸੈਸ਼ਨ ਜੱਜਾਂ ਨੇ ਜਦੋਂ ਉਹਦੇ ਹੱਕ ਵਿੱਚ ਮਤੇ ਪਾਸ ਕਰਕੇ ਕੌਂਸਲ ਨੂੰ ਭੇਜੇ ਤੇ ਅਖੀਰ ਵਾਇਸਰਾਏ ਕੌਂਸਲ ਨੇ ਨਿਰਣਾ ਲੈ ਲਿਆ ਕਿ ਇਸ ਬਿੱਲ ਨੂੰ ਪਾਸ ਕਰਨਾ ਚਾਹੀਦਾ ਹੈ। ਸ਼ਿਮਲੇ ਵਾਇਸਰਾਏ ਕੌਂਸਲ ਦੀ ਮੀਟਿੰਗ ਸੀ। ਸੁੰਦਰ ਸਿੰਘ ਮਜੀਠੀਆ ਨੇ ਇਹ ਬਿੱਲ ਪਾਸ ਆਪਣੇ ਪੇਸ਼ ਕੀਤਾ। 27 ਅਗਸਤ 1909 ਦੀ ਗੱਲ ਹੈ ਤੇ ਕੁਝ ਦਿਨਾਂ ਵਾਸਤੇ ਇਸ ਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ। ਤੇ ਮੁੱਖ ਦੀ ਗੱਲ ਕਰਾਂ ਵੀ 22 ਅਕਤੂਬਰ 1909 ਨੂੰ ਆਨੰਦ ਕਾਰਜ ਐਕਟ ਜਿਹੜਾ ਪਾਸ ਹੋ ਗਿਆ ਕਿ ਆਨੰਦ ਕਾਰਜ ਦੀ ਰੀਤੀ ਮੁਤਾਬਕ ਹੋਣ ਵਾਲਾ ਵਿਆਹ ਜਿਹੜਾ ਉਹਨੂੰ ਕਾਨੂੰਨੀ ਤੌਰ ਤੇ ਮਾਨਤਾ ਮਿਲ ਗਈ। ਪਰ ਉਸ ਸਮੇਂ ਸਿਰਫ ਇੰਨੀ ਗੱਲ ਸੀ ਕਿ ਜਿਹੜਾ ਆਨੰਦ ਕਾਰਜ ਦੀ ਰੀਤੀ ਮੁਤਾਬਕ ਵਿਆਹ ਹੋਇਆ ਉਹਨੂੰ ਕਾਨੂੰਨੀ ਮਾਨਤਾ ਮਿਲ ਜਾਏ। ਇਸ ਕਰਕੇ ਇਸ ਐਕਟ ਦੀਆਂ ਸਿਰਫ 5 ਧਾਰਾਵਾਂ ਨੇ ਤੇ ਇਹਨਾਂ 5 ਧਾਰਾਵਾਂ ਦੇ ਵਿੱਚ ਵਿਆਹ ਕਿਵੇਂ ਹੋਣਾ ਚਾਹੀਦਾ ਉਹਦੇ ਕਾਰਜ ਢੰਗ ਦਾ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ। ਹੋਰ ਵੀ ਜਿਹੜੀਆਂ ਚੀਜ਼ਾਂ ਆਨੰਦ ਕਾਰਜ ਐਕਟ ਵਿੱਚ ਹੁੰਦੀਆਂ ਨੇ, ਹੋਣੀਆਂ ਚਾਹੀਦੀਆਂ ਨੇ, ਉਹ 1909 ਵਾਲੇ ਐਕਟ ਵਿੱਚ ਦਰਜ ਨਹੀਂ ਨੇ। ਉਹਦੀਆਂ ਸਿਰਫ 5 ਧਾਰਾਵਾਂ ਨੇ ਜਿਹਦੇ ਵਿੱਚ ਇਹ ਰੱਖਿਆ ਗਿਆ ਹੈ ਕਿ ਪਹਿਲੀ ਧਾਰਾ ਦੇ ਵਿੱਚ ਕਿ ਆਨੰਦ ਕਾਰਜ ਐਕਟ ਜਿਹੜਾ ਇਹਦਾ ਦਾਇਰਾ ਸਿਰਫ ਹਿੰਦੁਸਤਾਨ ਹੋਵੇਗਾ ਔਰ ਇਹਦੇ ਵਿੱਚੋਂ ਜੰਮੂ ਕਸ਼ਮੀਰ ਨੂੰ ਛੱਡ ਦਿੱਤਾ ਗਿਆ ਉਸ ਸਮੇਂ। ਫਿਰ ਜਿਹੜਾ ਵਿਆਹ ਆਨੰਦ ਕਾਰਜ ਦੀ ਰੀਤੀ ਨਾਲ ਹੋਇਆ ਉਹ ਹੀ ਆਨੰਦ ਕਾਰਜ ਐਕਟ ਦੇ ਤਹਿਤ ਪ੍ਰਵਾਨ ਕੀਤਾ ਜਾਵੇਗਾ। ਫਿਰ ਤੀਸਰੀ ਧਾਰਾ ਕਿ ਆਨੰਦ ਕਾਰਜ ਐਕਟ
ਦੇ ਕਾਨੂੰਨ ਮੁਤਾਬਕ ਉਹੋ ਹੀ ਵਿਆਹ ਆ ਸਕਣਗੇ ਜਿਹੜੇ ਆਨੰਦ ਕਾਰਜ ਦੀ ਰੀਤੀ ਮੁਤਾਬਕ ਜਾਂ ਹੋਏ ਨੇ ਜਾਂ ਹੋਣਗੇ। ਤੇ ਜਿਹੜਾ ਕੋਈ ਭਾਵੇਂ ਸਿੱਖ ਹੋਵੇ, ਜਿਹਦਾ ਚੌਥੀ ਧਾਰਾ ਕਹਿੰਦੀ ਹੈ ਵੀ ਜਿਹਦਾ ਵਿਆਹ ਆਨੰਦ ਕਾਰਜ ਦੀ ਰੀਤੀ ਨਾਲ ਨਹੀਂ ਹੋਇਆ, ਉਹ ਇਸ ਐਕਟ ਦੇ ਕਾਨੂੰਨ ਵਿੱਚ ਨਹੀਂ ਆਉਂਦਾ। ਪੰਜਵੀਂ ਧਾਰਾ ਵਿੱਚ ਉਹਨਾਂ ਲਿਖਿਆ ਹੈ ਉਸ ਸਮੇਂ ਦੌਰਾਨ ਕਿ ਜਿਹੜੇ ਸਿੱਖਾਂ ਦੇ ਵੀ ਭਾਵੇਂ ਮੁੰਡੇ ਕੁੜੀਆਂ ਹੋਣ, ਜੇ ਉਹਨਾਂ ਦੇ ਵਰਜਿਤ ਰਿਸ਼ਤਿਆਂ ਦੁਆਰਾ ਵਿਆਹ ਹੋਏ ਨੇ ਤੇ ਉਹ ਵੀ ਇਸ ਐਕਟ ਮੁਤਾਬਕ ਕਾਨੂੰਨੀ ਤੌਰ ਤੇ ਇਸ ਐਕਟ ਦੇ ਵਿੱਚ ਨਹੀਂ ਆਉਂਦੇ। ਇਹ ਸਿਰਫ 5 ਧਾਰਾ ਸੀ ਉਸ ਸਮੇਂ ਦੇ ਐਕਟ ਦੀਆਂ। ਵਿਚਾਰ ਇਹ ਸੀ ਵੀ ਉਸ ਸਮੇਂ ਸਭ ਤੋਂ ਵੱਡੀ ਗੱਲ ਸੀ ਵੀ ਆਨੰਦ ਕਾਰਜ ਵਾਲੇ ਵਿਆਹ ਨੂੰ ਕਾਨੂੰਨੀ ਮਾਨਤਾ ਮਿਲ ਜਾਏ। ਪਰ ਅੱਜ ਜਿਹੜੀ ਵਿਚਾਰ ਚੱਲ ਰਹੀ ਹੈ ਉਹ ਇਹ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਹੈ, ਹਿੰਦੁਸਤਾਨ ਦੇ ਅੰਦਰ 1955 ਦੇ ਵਿੱਚ ਹਿੰਦੂ ਮੈਰਿਜ ਐਕਟ ਬਣਿਆ। ਉਹਦੇ ਵਿੱਚ ਜਿੱਥੇ ਈਸਾਈਆਂ ਦੇ ਵਿਆਹ ਦੇ ਜਿਹੜੇ ਵਿਚਾਰ ਨੇ, ਜੋ ਐਕਟ ਕਾਨੂੰਨ ਹੈ ਉਹਨਾਂ ਦਾ ਵੱਖਰਾ ਹੈ, ਮੁਸਲਮਾਨਾਂ ਵਾਸਤੇ ਵੱਖਰਾ ਹੈ, ਪਰ ਸਿੱਖ ਜਿਹੜਾ ਆਨੰਦ ਕਾਰਜ ਐਕਟ ਸੀ ਨਾ, ਉਹਦੇ ਵਿੱਚ ਸੋਧ ਕਰਕੇ ਉਹਨੂੰ ਪਾਸ ਕਰਨ ਦੀ ਬਜਾਏ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਦੇ ਤਹਿਤ ਹੀ ਰੱਖ ਲਿਆ ਗਿਆ। ਤੇ ਆਪ ਜੀ ਨੂੰ ਪਤਾ ਹੋਏਗਾ ਕਿ ਹੁਣ ਤੱਕ ਕਿਸੇ ਵੀ ਸਿੱਖ ਦਾ ਵਿਆਹ ਜਦੋਂ ਰਜਿਸਟਰਡ ਹੁੰਦਾ ਤੇ ਹਿੰਦੂ ਮੈਰਿਜ ਐਕਟ ਦੇ ਤਹਿਤ ਹੀ ਹੁੰਦਾ ਹੈ। ਆ ਵਿਚਾਰ ਚੱਲ ਰਹੀ ਹੈ, ਜੇ ਬਿੱਲ ਪਾਸ ਹੋ ਜਾਂਦਾ ਹੈ ਤੇ ਹੋ ਸਕਦਾ ਸਾਨੂੰ ਕਾਨੂੰਨੀ ਤੌਰ ਤੇ ਮਾਨਤਾ ਮਿਲ ਜਾਏ। 7 ਮਈ ਨੂੰ ਵੀ ਵਿਚਾਰ ਹੋਈ ਹੈ ਰਾਜ ਸਭਾ ਦੇ ਵਿੱਚ। ਤੇ ਇਹ ਜਿੱਥੇ ਇਸ ਬਿੱਲ ਨੂੰ ਇੱਕ ਵੱਖਰਾ ਸਿੱਖਾਂ ਦਾ ਆਨੰਦ ਕਾਰਜ ਐਕਟ ਹੋਣਾ ਚਾਹੀਦਾ ਉਹਦੀ ਮੰਗ ਚੱਲ ਰਹੀ ਹੈ, ਉੱਥੇ ਵਿਦਵਾਨਾਂ ਨੇ ਇਹ ਵੀ ਵਿਚਾਰ ਰੱਖੇ ਨੇ ਕਿ ਇਹਦੀਆਂ ਸਿਰਫ 5 ਧਾਰਾ ਨੇ ਤੇ ਇਸ ਦੇ ਵਿੱਚ ਵਿਸਥਾਰ ਕਰਨ ਦੀ ਲੋੜ ਹੈ, ਇਹਨੂੰ ਸੋਧਣ ਦੀ ਲੋੜ ਹੈ। ਕਿਉਂਕਿ ਆਪ ਜੀ ਨੂੰ ਪਤਾ ਹੋਵੇ 2008 ਦੇ ਵਿੱਚ ਪਾਕਿਸਤਾਨ ਸਰਕਾਰ ਨੇ ਇਸ ਆਨੰਦ ਕਾਰਜ ਐਕਟ ਨੂੰ ਸੋਧ ਕੇ, ਭਾਵ ਪਹਿਲੇ ਨੂੰ ਇੱਕ ਪਾਸੇ ਰੱਖ ਕੇ ਨਵੀਆਂ ਧਾਰਾ ਉਹਦੇ ਵਿੱਚ ਜਿਹੜੀਆਂ ਪਾ ਕੇ ਪਾਸ ਕੀਤਾ ਨਾ, 2008 ਵਿੱਚ ਪਾਕਿਸਤਾਨ ਦੇ ਵਿੱਚ ਆਨੰਦ ਕਾਰਜ ਐਕਟ ਜਿਹੜਾ ਉਹ ਪਾਸ ਹੋ ਗਿਆ ਹੈ। ਆਪ ਜੀ ਨੂੰ ਪਤਾ ਹੋਵੇਗਾ ਜਿਹਦੀਆਂ 32 ਧਾਰਾਵਾਂ ਨੇ। ਪਰ ਜਿਸ ਆਨੰਦ ਕਾਰਜ ਐਕਟ ਦੀ ਹਿੰਦੁਸਤਾਨ ਵਿੱਚ ਵਿਚਾਰ ਚੱਲ ਰਹੀ ਹੈ, ਉਹਦੇ ਵਾਸਤੇ ਵਿਦਵਾਨ ਇਹ ਕਹਿੰਦੇ ਨੇ ਵੀ ਸਾਰੀ ਸੋਧ ਹੋਣੀ ਚਾਹੀਦੀ ਹੈ। ਜਿਵੇਂ ਹਿੰਦੂ ਮੈਰਿਜ ਐਕਟ ਵਿੱਚ ਵਿਆਹ ਦਾ ਕਾਰਜ ਢੰਗ ਲਿਖਿਆ ਗਿਆ, ਕਿਵੇਂ ਹੋਣਾ ਚਾਹੀਦਾ ਹੈ, ਸਾਰਾ ਕੁਝ ਦਰਜ ਕੀਤਾ ਗਿਆ। ਉਹ ਇੱਕ ਮੁਕੰਮਲ ਐਕਟ ਬਣਾਇਆ ਗਿਆ। ਜਿਹੜਾ ਸਿੱਖਾਂ ਦਾ ਆਨੰਦ ਕਾਰਜ ਐਕਟ ਬਣਾਇਆ ਜਾਣਾ ਹੈ ਉਹ ਵੀ ਮੁਕੰਮਲ ਹੋਣਾ ਚਾਹੀਦਾ ਹਰ ਪੱਖ ਤੋਂ। ਤੇ ਉਹਦੇ ਵਿੱਚ ਜਦੋਂ ਵਿਚਾਰ ਆਵੇਗੀ, ਆ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਆਨੰਦ ਕਾਰਜ ਸੰਸਕਾਰ ਆਪਾਂ ਵਿਚਾਰਨ ਲੱਗੇ ਆ ਨਾ, ਇਹਦੇ ਵਿੱਚੋਂ ਬਹੁਤ ਕੁਝ ਲਿਖ ਕੇ ਉੱਥੇ ਪਾਇਆ ਜਾਏਗਾ। ਸਿੱਖ ਵਿਦਵਾਨ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ, ਉਹਨਾਂ ਨੇ ਆ ਪਿਛਲੇ ਦਿਨੀ ਸਿੱਖ ਮੈਰਿਜ ਐਕਟ ਦਾ ਜਿਹੜਾ ਸਾਰਾ ਖਰੜਾ ਉਹ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਭੇਟ ਕਰ ਦਿੱਤਾ ਹੈ ਕਿ ਇਹਦੇ ਵਿੱਚ ਲੋੜੀਂਦੀ ਸੋਧ ਸੁਧਾਈ ਵਾਸਤੇ ਵਿਦਵਾਨਾਂ ਦੇ ਵਿਚਾਰ ਲਏ ਜਾਣ। ਤੇ ਉਹਨਾਂ ਸਾਰੀ ਚੀਜ਼ ਸਾਹਮਣੇ ਰੱਖ ਦਿੱਤੀ ਹੈ। ਹੋਰ ਵੀ ਹਰਵਿੰਦਰ ਸਿੰਘ ਫੂਲਕਾ ਜਿਹੜੇ ਦਿੱਲੀ ਦੇ ਵਿੱਚ ਬਹੁਤ ਵੱਡੇ ਵਕੀਲ ਨੇ, ਉਹਨਾਂ ਦੇ ਵੀ ਕੁਝ ਆਪਣੇ ਵਿਚਾਰ ਨੇ ਵੀ ਹਿੰਦੂ ਆਪਣੇ ਸਿੱਖ ਮੈਰਿਜ ਐਕਟ ਜਿਹੜਾ ਆਨੰਦ ਕਾਰਜ ਐਕਟ ਜਿਹੜਾ ਇਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ, ਔਰ ਬਹੁਤ ਕੁਝ ਇਹਦੇ ਵਿੱਚ ਦਾਖਲ ਕਰਕੇ ਤਾਂ ਇਹਨੂੰ ਨਵੇਂ ਰੂਪ ਦੇ ਵਿੱਚ ਮਾਨਤਾ ਦੇ ਦੇਣੀ ਚਾਹੀਦੀ ਹੈ। ਨਹੀਂ ਤੇ 1909 ਵਾਲੇ ਐਕਟ ਦੀਆਂ ਸਿਰਫ 5 ਧਾਰਾਵਾਂ ਨੇ ਤੇ ਉਹਦੇ ਵਿੱਚ ਕੋਈ ਬਹੁਤਾ ਵਿਸਥਾਰ ਨਹੀਂ ਹੈ। ਤੇ ਜਦੋਂ ਕਿਤੇ ਬਾਹਰ ਸਿੱਖਾਂ ਦੀ ਪੱਗ ਦਾ ਮਸਲਾ ਫਰਾਂਸ ਵਿੱਚ ਉੱਠਿਆ ਤੇ ਇਸੇ ਤਰਜ਼ ਤੇ ਉਹਨਾਂ ਨੇ ਆਸਟ੍ਰੇਲੀਆ ਤੇ ਹੋਰ ਜਰਮਨੀ ਵਰਗੇ ਦੇਸ਼ ਵੀ ਵਿਚਾਰ ਕਰ ਰਹੇ ਸਨ ਕਿ ਲਾਇਸੈਂਸ ਤੇ ਲੱਗਣ ਵਾਲੀ ਫੋਟੋ ਪੱਗ ਤੋਂ ਬਿਨਾ ਹੋਵੇ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੋ ਫਰਾਂਸ ਨੇ ਪਾਬੰਦੀ ਲਾਈ ਸੀ, ਦੂਜੇ ਕੁਝ ਦੇਸ਼ ਵਿਚਾਰ ਕਰ ਰਹੇ ਸਨ।
पर मसला इंटरनेशनल लैवल ते उठ पैण दा करके वो ते रुके हुए ने। फ्रांस की गलबात चलती है, पर उत्थे वो सिख एडवोकेट का विचार है कि आनंद कारज एक्ट नूं कानूनी मान्यता होनी एक सिखां दी कानूनी मजबूरी भी है। ਉਹਦਾ ਕਾਰਨ कि जदों दूजिया देशों के वकील जिहड़े सिख धर्म के बारे में बहुता नहीं जानते हैं, वो बिल्कुल आम की तरह दूजे धर्मां के मुताबिक वेखणगे कि जे सिख एक वखरा धर्म है तो इहदा जन्म संस्कार, इहदा विआह का आनंद संस्कार, इहदा मृतक संस्कार, ये सारा कुछ अपने ढंग का वखरा है ते साडा है तो बिल्कुल सारा कुछ वखरा। पर जिन्ना चिर विआह नूं कानूनी मान्यता सानू सिख एक्ट के मुताबिक नहीं मिलती, असी हिंदू मैरिज एक्ट के तहत दर्ज अज तक किए जाते हैं, तो उत्थे एक बहुत बड़ा मसला खड़ा होवेगा। इस करके अज गल चल रही है कि आनंद कारज एक्ट जिहड़ा उन्होंने बिल्कुल अलग तरह के नाल पास किया जाए। बहुत कुछ उहदे विच ऐड करन दी जरूरत है। विद्वानां ने खरड़े बना के श्री अकाल तख्त साहिब भेज दिते ने, विचार चल रही है। क्योंकि मैं तां बेनती की है भी सिख धर्म के अंग होने के नाते सानू इन्ना को पता होना चाहिए भी साडी पंथक एक्टिविटी की चल रही है, कि उहदे बारे विच साडे विचार होने चाहिए ने, किन्नी क सानू समझ है इन्हां गल्लां दी कि ये गल्लां किन्नियां सिख वास्ते जरूरी ने जाननियां। सो गुरु पातशाह मेहर करे आनंद कारज आनंद संस्कार की विचार करदे हां। जदों आपां आरंभता करन लगे हां, मैं फिर दोहरा दियां कि जिहड़े सिख विद्वान ने सिख मैरिज एक्ट 2012 ਦਾ ਖਰੜਾ ਅਕਾਲ ਤਖਤ ਸਾਹਿਬ ਭੇਜਿਆ, ਉਹਦੀ ਮੈਂ ਸਟੇਟਮੈਂਟ ਪੜ੍ਹੀ। ਉਹ ਲਿਖਦਾ ਵੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਇਸ ਖਰੜੇ ਨੂੰ ਬਣਾਇਆ ਹੈ, ਜਿਹੜੀ ਰਹਿਤ ਮਰਿਆਦਾ ਦੀ ਵਿਚਾਰ ਆਪਾਂ ਕਰ ਰਹੇ ਹਾਂ। ਸੋ ਆਪਾਂ ਸਿੱਖ ਰਹਿਤ ਮਰਿਆਦਾ ਦੇ ਅੰਦਰ ਆਨੰਦ ਸੰਸਕਾਰ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਊੜਾ ਭਾਗ ਪਹਿਲਾ ਨੰਬਰ, ਸਿੱਖ ਸਿੱਖਣੀ ਦਾ ਵਿਆਹ बिना जात पात गोत विचारे दे होना चाहिए। सिख सिखणी दा विआह बिना जात पात गोत विचारे दे होना चाहिए। सिख दा विआह जिहड़ा है वो करन लगिया जात पात दी गोत दी विचार करनी, ये गुरमत नहीं है। भावें कि सिख इस अलामत तो नहीं बच सके, पर सिख धर्म दे विच जिथे जात पात दी दा कोई भिन्न भेद नहीं है, उत्थे बिल्कुल इसे तरह विआह दे समय भी इस तरह का भिन्न भेद नहीं होना चाहिए। दूसरा नंबर ऐड़ा, सिख दी पुत्री दा विआह सिख नाल ही होवे। सिख दी पुत्री दा विआह सिख नाल ही होना चाहिए। ये क्यों जरूरी है? क्योंकि जिहड़ा पहला नंबर आया ना भी सिख सिखणी दा विआह बिना जात पात गोत दे विचारे होना चाहिए, ते मैं ते किसी मजबूर बाप दे कोलों ये भी सुनिया कि ज्ञानी जी तुसी कदी कथा करदे ये गल कही सी भी सिख जदों विआह रिश्ते की गल करे तो जात पात की विचार की लोड़ नहीं, ते जे साडे बच्चे किसी दूजे धर्म दे नाल विआह करवाना चाहुंदे ने फिर इहदे विच मुश्किल की है। दरअसल कुछ गल्लां साडियां ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਅਸੀਂ ਉਹਨੂੰ ਕਾਨੂੰਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਮੈਂ ਸਮਝਦਾ ਵੀ ਜਿਹੜੇ ਸਿੱਖ ਵਿਦਵਾਨ ਨੇ ਇੱਕ ਇੱਕ ਗੱਲ ਕਿੱਦਾਂ ਸੋਚ ਕੇ ਪਾਈ ਹੋਏਗੀ, ਵਿਚਾਰ ਕੇ ਪਾਈ ਕਿ ਕਿਸੇ ਸ਼ੰਕੇ ਦੀ ਗੁੰਜਾਇਸ਼ ਨਾ ਰਹੇ। ਉਹਨਾਂ ਨੇ ਨਾਲ ਹੀ ਜਿੱਥੇ ਲਿਖਿਆ ਪਹਿਲਾਂ ਵੀ ਵਿਆਹ ਜਿਹੜਾ ਜਾਤ ਪਾਤ ਗੋਤ ਵਿਚਾਰੇ ਦੇ ਬਿਨਾਂ ਹੋਣਾ ਚਾਹੀਦਾ, ਉੱਥੇ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਵੇ। ਗੱਲ ਬਿਲਕੁਲ ਇਸ ਸਵਾਲ ਦਾ ਜਵਾਬ ਹੋ ਗਿਆ ਵੀ ਸਿੱਖ ਨਾਲ ਰਿਸ਼ਤਾ ਕਰਨ ਲੱਗਿਆ ਜਾਤ ਗੋਤ ਦੀ ਵਿਚਾਰ ਦੀ ਲੋੜ ਨਹੀਂ, ਪਰ ਸਿੱਖ ਦੀ ਪੁੱਤਰੀ ਦਾ ਵਿਆਹ ਜਿਹੜਾ ਉਹ ਸਿੱਖ ਨਾਲ ਹੀ ਹੋਵੇ। ਉਹਦਾ ਕਾਰਨ ਹਰ ਮਾਂ ਪਿਓ ਸੋਚਦਾ ਹੈ ਕਿ
ਮੇਰੀ ਧੀ ਦਾ ਰਿਸ਼ਤਾ ਉਸ ਘਰ ਵਿੱਚ ਹੋਵੇ ਜਿੱਥੇ ਉਹ ਸੁਖੀ ਵਸ ਸਕੇ। ਤੇ ਪਰਿਵਾਰ ਵਿੱਚ ਸੁਖੀ ਵਸਣ ਵਾਸਤੇ ਕੁਝ ਗੱਲਾਂ ਜ਼ਰੂਰੀ ਨੇ ਕਿ ਧਰਮ ਇੱਕ ਹੋਵੇ। ਜੇ ਧਰਮ ਨਾ ਇੱਕ ਹੋਵੇ, ਮੰਨ ਲਓ ਕੋਈ ਦੇਵਤਿਆਂ ਦੀ ਪੂਜਾ ਕਰਨ ਵਾਲਾ ਹੈ ਪਰਿਵਾਰ, ਤੇ ਦੂਸਰਾ ਜਿਹੜਾ ਉਹ ਦੇਵਤਿਆਂ ਦੀ ਪੂਜਾ ਦਾ ਖੰਡਨ ਕਰਨ ਵਾਲਾ, ਗੁਰਮਤ ਨੂੰ ਮੰਨਣ ਵਾਲਾ ਹੋਵੇ, ਤੇ ਇੱਕ ਜੀ ਦੋਵਾਂ ਦੇ ਵਿੱਚੋਂ ਕਹੇ ਵੀ ਮੈਂ ਮੂਰਤੀ ਰੱਖਣੀ ਆ, ਦੂਜਾ ਕਹੇ ਵੀ ਮੂਰਤੀ ਪੂਜਾ ਦਾ ਗੁਰਮਤ ਖੰਡਨ ਕਰਦੀ ਹੈ, ਤੇ ਉਸ ਘਰ ਦਾ ਨਿਰਵਾਹ ਕਿਵੇਂ ਹੋ ਸਕਦਾ? ਤਾਂ ਕਰਕੇ ਇਹ ਜ਼ਰੂਰੀ ਗੱਲ ਰੱਖੀ ਗਈ ਕਿ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਵੇ। ਕਿਸੇ ਵਿਦਵਾਨ ਦੇ ਲਿਖੇ ਹੋਏ ਬਚਨ ਨੇ, ਉਹ ਲਿਖਦਾ ਵੀ ਮਿੱਤਰਤਾ ਕਿੱਥੇ ਨਿਭਦੀ ਹੈ? ਜਿੱਥੇ 6 ਗੱਲਾਂ, 5 ਤੇ 1 6 ਗੱਲਾਂ ਇਕੱਠੀਆਂ ਹੋਣ। ਉਹਨਾਂ 6 ਦੇ ਵਿੱਚੋਂ ਲਿਖਦਾ ਵੀ ਆਸਾ ਇਸ਼ਟ ਉਪਾਸਨਾ ਖਾਨ ਪਾਨ ਪਹਿਰਾਨ ਖੱਟ ਲਖਣ ਜਹ ਪ੍ਰਗਟੇ ਤਹਾਂ ਮਿੱਤਰਤਾ ਜਾਨ। ਕੰਨ ਖੱਟ ਕਹਿੰਦੇ ਨੇ 6 ਨੂੰ। ਕਹਿਣ ਲੱਗੇ ਵੀ ਜਿੱਥੇ 6 ਗੱਲਾਂ ਮਿਲਦੀਆਂ ਨੇ ਰਿਸ਼ਤਾ ਉੱਥੇ ਨਿਭ ਸਕਦਾ। ਮਿੱਤਰਤਾ ਉੱਥੇ ਨਿਭਦੀ ਹੈ ਜਿੱਥੇ 6 ਗੱਲਾਂ ਮਿਲਦੀਆਂ ਹੋਣ। ਉਹਨਾਂ 6 ਦੇ ਵਿੱਚੋਂ ਆਸਾ ਇਸ਼ਟ ਉਪਾਸਨਾ, ਆਸ਼ਾ ਇੱਕ ਤੇ ਹੋਵੇ, ਇਸ਼ਟ ਜਿਹਨੂੰ ਮੰਨਣਾ ਹੈ ਉਹ ਇੱਕ ਹੋਵੇ, ਨਾ ਕਿ ਵੱਖਰੇ ਵੱਖਰੇ। ਉਪਾਸਨਾ, ਉਹਦਾ ਉਪਾਸਨਾ ਕਰਨ ਦਾ ਢੰਗ ਇੱਕ ਹੋਵੇ। ਆਸਾ ਇਸ਼ਟ ਉਪਾਸਨਾ ਖਾਣ ਪਾਨ ਪਹਿਰਾਨ, ਖਾਣਾ ਪੀਣਾ ਤੇ ਪਹਿਰਾਵਾ ਵੀ ਮਿਲਦਾ ਜੁਲਦਾ ਹੋਵੇ। ਭਾਵ ਇਹ ਕਿ ਜਦੋਂ ਆਪਾਂ ਇੱਕ ਧਰਮ ਨਾਲ ਸੰਬੰਧਿਤ ਹਾਂ ਤੇ ਪਹਿਰਾਵਾ ਵੀ ਮੈਚ ਕਰੇਗਾ, ਖਾਣ ਪਹਿਰਾਨ ਵੀ ਮੈਚ ਕਰੇਗਾ। ਕੁਦਰਤੀ ਗੱਲ ਹੈ ਵੀ ਜਿਹੜਾ ਸਿੱਖਾਂ ਦਾ ਖਾਣਾ ਹੈ, ਜਿਸ ਢੰਗ ਨਾਲ ਸਿੱਖਾਂ ਦਾ ਪਹਿਰਾਵਾ ਹੈ, ਦੂਸਰਿਆਂ ਦਾ ਆਪਣਾ ਵੱਖਰਾ ਹੋ ਸਕਦਾ ਹੈ। ਆਪਾਂ ਦੇਖਦੇ ਹਾਂ ਕਿ ਚਾਈਨੀਜ਼ ਫੂਡ ਹੈ, ਉਹ ਖਾਣ ਦਾ ਢੰਗ ਵੀ ਵੱਖਰਾ, ਉਹਦਾ ਬਣਾਉਣ ਦਾ ਤਰੀਕਾ ਵੀ ਵੱਖਰਾ ਹੈ, ਖਾਣ ਵਾਲੇ ਵੀ ਸਾਡੇ ਤੋਂ ਵੱਖਰੇ ਨੇ। ਹੋਰ ਵੀ ਵੱਖ-ਵੱਖ ਦੇਸ਼ਾਂ ਦਾ ਖਾਣ ਪਹਿਰਾਨ ਵੱਖਰਾ ਹੈ, ਵੱਖ-ਵੱਖ ਧਰਮਾਂ ਦਾ ਵੱਖਰਾ ਹੈ। ਮੁਸਲਮਾਨ ਵੀਰਾਂ ਦਾ ਖਾਣ ਪਹਿਰਾਨ ਬਹੁਤ ਕੁਝ ਸਾਡੇ ਨਾਲ ਮੈਚ ਨਹੀਂ ਕਰਦਾ। ਸੋ ਇਸ ਢੰਗ ਨਾਲ ਇਹ ਤਾਂ ਮੱਧ ਪਾਈ ਗਈ ਕਿ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਵੇ ਤਾਂ ਕਿ ਬਹੁਤਾ ਚਿਰ ਆਪਣੇ ਜੀਵਨ ਸਾਥੀ ਦੀ ਧਾਰਮਿਕ ਇੱਛਾ ਨੂੰ ਦਬਾ ਕੇ ਨਹੀਂ ਰੱਖਿਆ ਜਾ ਸਕਦਾ। ਕਿ ਪਤਨੀ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦੀ ਹੈ, ਉਹ ਹੋਰ ਕਿਸੇ ਵਿਚਾਰ ਦੀ ਧਾਰਨੀ ਹੈ, ਪਤੀ ਕਿੰਨਾ ਕੁ ਚਿਰ ਦਬਾ ਕੇ ਰੱਖੇਗਾ ਵੀ ਜਿਹੜੇ ਧਰਮ ਨੂੰ ਮੈਂ ਮੰਨਦਾ ਤੈਨੂੰ ਮੰਨਣਾ ਹੀ ਪਏਗਾ? ਮੁਸ਼ਕਲ ਤੇ ਆਏਗੀ। ਪਰਿਵਾਰ ਵਿੱਚ ਇੱਕ ਸ਼ਾਂਤੀ ਨਹੀਂ ਬਣੀ ਰਹਿ ਸਕਦੀ। ਇਸ ਕਰਕੇ ਜ਼ਰੂਰੀ ਹੈ ਕਿ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਵੇ। ਚੱਲ ਰਹੀ ਵਿਚਾਰ ਵਿੱਚ ਬੇਨਤੀ ਕਰਾਂ, ਮੇਰੇ ਨੌਜਵਾਨ ਵੀਰ ਔਰ ਨੌਜਵਾਨ ਭੈਣਾਂ ਧੀਆਂ ਬੈਠੀਆਂ ਨੇ, ਸਿੱਖ ਰਹਿਤ ਮਰਿਆਦਾ ਦੀ ਵਿਚਾਰ ਸੁਣਦੇ ਆ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵੀ ਸਾਡਾ ਵਿਆਹ ਸਿੱਖ ਘਰ ਵਿੱਚ ਹੀ ਹੋਣਾ ਚਾਹੀਦਾ। ਹਰੇਕ ਧੀ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ, ਹਰੇਕ ਪੁੱਤਰ ਨੂੰ, ਨੌਜਵਾਨ ਜਿਹੜੇ ਬੱਚੇ ਨੇ ਸਾਡੇ, ਉਹਨਾਂ ਨੂੰ ਇਹ ਗੱਲ ਪੱਕੀ ਸਮਝ ਲੈਣੀ ਚਾਹੀਦੀ ਹੈ ਕਿ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੈ ਕਿ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਇਸ ਕਰਕੇ ਇਹਨੇ ਰਿਸ਼ਤੇ ਨਾਤਿਆਂ ਨੂੰ ਕਰਦੇ ਆ ਜਿੱਥੇ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਉੱਥੇ ਉਸ ਤੋਂ ਜ਼ਿਆਦਾ ਨੌਜਵਾਨ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੇਰਾ ਜਿੱਥੇ ਵਿਆਹ ਹੋਣਾ ਉਹ ਪਰਿਵਾਰ ਸਿੱਖ ਹੋਵੇ, ਤਾਂ ਕਿ ਮੈਂ ਪਰਿਵਾਰ ਵਿੱਚ ਸੁਖੀ ਰਹਿ ਸਕਾਂ ਔਰ ਸਾਡੇ ਧਰਮ ਕਰਮ ਮਿਲਦੇ ਜੁਲਦੇ ਹੋਣ ਤੇ ਮੇਰਾ ਜਿਹੜਾ ਗ੍ਰਸਤੀ ਜੀਵਨ ਹੈ ਉਹ ਸੁੱਖਾਂ ਵਾਲਾ ਬਤੀਤ ਹੋ ਸਕੇ। ਅਗਲਾ ਨੰਬਰ ਈਡੀ, ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ। ਸਿੱਖ ਦਾ ਵਿਆਹ ਆਨੰਦ ਰੀਤੀ ਨਾਲ, ਆਨੰਦ ਕਾਰਜ, ਜਿਵੇਂ ਆਪਾਂ ਲਾਵਾਂ ਦੀ ਬਾਣੀ ਦਾ ਪਾਠ ਸਾਰੀ ਮਰਿਆਦਾ ਨਿਭਾਉਂਦੇ ਆ, ਸਿੱਖ ਦਾ ਵਿਆਹ ਇਵੇਂ ਹੋਣਾ ਚਾਹੀਦਾ। ਇਸ ਤੋਂ ਬਿਨਾਂ ਦੂਜੇ ਧਰਮਾਂ ਮੁਤਾਬਕ ਈਸਾਈ ਕਿਵੇਂ ਕਰਦੇ ਨੇ, ਹਿੰਦੂ ਕਿਵੇਂ ਕਰਦੇ ਨੇ, ਮੁਸਲਮਾਨ ਕਿਵੇਂ ਕਰਦੇ ਨੇ, ਉਹ ਆਪਣੇ ਧਰਮ ਮੁਤਾਬਕ ਕਰਨ, ਪਰ ਸਿੱਖ ਦਾ ਵਿਆਹ ਜਿਹੜਾ ਉਹ ਆਨੰਦ ਰੀਤੀ ਨਾਲ ਹੋਣਾ ਚਾਹੀਦਾ। ਬਹੁਤੀ ਵਾਰੀ
ਸਾਡੇ ਸਿੱਖ ਪਰਿਵਾਰ ਵਿਆਹ ਤੇ ਆਨੰਦ ਰੀਤੀ ਨਾਲ ਕਰਦੇ ਨੇ। ਆਨੰਦ ਕਾਰਜ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਹੁੰਦਾ ਹੈ, ਪਰ ਰਿੰਗ ਸੈਰੇਮਨੀ ਦਾ ਫੰਕਸ਼ਨ ਵੀ ਰੱਖਿਆ ਹੁੰਦਾ ਹੈ। ਜੈਮਾਲਾ ਪਾਉਣ ਦੀ ਰਸਮ ਵੀ ਅਸੀਂ ਨਿਭਾ ਰਹੇ ਹੁੰਦੇ ਆ। ਕਈ ਤੇ ਆਨੰਦ ਕਾਰਜ ਤੋਂ ਪਹਿਲਾਂ ਜਾਂ ਆਨੰਦ ਕਾਰਜ ਹੋਏ ਤੋਂ ਬਾਅਦ ਵਿੱਚ ਜਦੋਂ ਸਟੇਜ ਤੇ ਬਿਠਾਉਂਦੇ ਨੇ ਉਦੋਂ ਮਾਲਾ ਵਾਲਾ ਕੰਮ ਜੈਮਾਲਾ। ਇਹ ਹਿੰਦੂ ਰੀਤੀ ਹੈ ਵੀ ਜੈਮਾਲਾ ਪਾ ਕੇ ਵਿਆਹ ਕਰਨਾ। ਕਦੀ ਆਪਾਂ ਬਹੁਤੇ ਵਿਸਥਾਰ ਨਾਲ ਗੱਲ ਕਰਾਂਗੇ ਇਹਨਾਂ ਦੇ ਪਿਛੋਕੜ ਵਿੱਚ ਕੀ ਗੱਲ ਹੈ। ਈਸਾਈਆਂ ਦੇ ਮੁਤਾਬਕ ਮੁੰਦਰੀ ਪਾ ਕੇ ਵਿਆਹ ਕਰਨਾ, ਰਿੰਗ ਸੈਰੇਮਨੀ ਇੱਕ ਸੰਪੂਰਨ ਵਿਆਹ ਹੈ। ਪਰ ਸਾਡਾ ਵਿਆਹ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਰੀਤੀ ਨੂੰ, ਮੁਕੰਮਲ ਮਰਿਆਦਾ ਨੂੰ ਨਿਭਾ ਕੇ ਸੰਪੂਰਨ ਹੁੰਦਾ ਹੈ। ਤੇ ਉਹਦੇ ਤੋਂ ਬਿਨਾਂ ਕੋਈ ਵੀ ਤਰੀਕਾ ਜਿਹੜਾ ਉਹ ਗੁਰਮਤ ਅਨੁਸਾਰੀ ਨਹੀਂ ਹੈ। ਤੇ ਇੱਥੋਂ ਤੱਕ ਵੀ ਜਦੋਂ ਆਨੰਦ ਕਾਰਜ ਹੋ ਗਿਆ ਉਦੋਂ ਕਿਸੇ ਹੋਰ ਸੈਰੇਮਨੀ ਦੀ ਲੋੜ ਵੀ ਨਹੀਂ ਰਹਿ ਜਾਂਦੀ। ਸਿੱਖਾਂ ਨੂੰ ਇਸ ਪਾਸੋਂ ਵੀ ਸੁਚੇਤ ਹੋਣ ਦੀ ਲੋੜ ਹੈ। ਇਹ ਚੀਜ਼ਾਂ ਤਾਂ ਪ੍ਰਚਲਿਤ ਹੋ ਗਈਆਂ ਕਿ ਜਿਹੜੇ ਕੁਝ ਸਿੱਖਾਂ ਦੇ ਕੋਲ ਮਾਇਆ ਬਥੇਰੀ ਹੈ ਉਹਨਾਂ ਨੇ ਇਕੱਠੀ ਕੀਤੀ ਹੁੰਦੀ ਹੈ ਬੱਚੇ ਬੱਚੀ ਦੇ ਵਿਆਹ ਵਾਸਤੇ। ਇਸ ਕਰਕੇ 5-5 ਫੰਕਸ਼ਨ ਰੱਖੇ ਹੁੰਦੇ ਨੇ। ਹਜ਼ਾਰਾਂ ਡਾਲਰ ਇਹਨਾਂ ਕੰਮਾਂ ਤੇ ਖਰਚ ਹੋ ਜਾਂਦਾ ਹੈ। ਤੇ ਜੋ ਕਿ ਗੁਰਮਤ ਨਹੀਂ, ਉਹਨਾਂ ਸਿੱਖਾਂ ਨੂੰ ਕਦੀ ਕੋਈ ਬੇਨਤੀ ਕਰੇ ਵੀ ਕਿਸੇ ਲੋੜਵੰਦ ਦੀ ਮਦਦ ਵਾਸਤੇ ਤੁਸੀਂ ਕੀ ਭੇਟ ਕਰੋਗੇ, 10 ਤੋਂ ਵੱਧ ਦਾ ਨੋਟ ਨਹੀਂ ਨਿਕਲਦਾ। ਪਰ ਐਸੇ ਫੰਕਸ਼ਨਾਂ ਤੇ 25-25 ਹਜ਼ਾਰ ਡਾਲਰ ਇੱਕ ਫੰਕਸ਼ਨ ਤੇ ਅਸੀਂ ਗਵਾ ਦਿੰਦੇ ਆ ਔਰ ਆਪਣੇ ਮਨ ਦੀ ਖੁਸ਼ੀ ਸਮਝਦੇ ਆ, ਜੋ ਕਿ ਗੁਰਮਤ ਨਹੀਂ ਹੈ। ਇਹਨਾਂ ਗੱਲਾਂ ਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ। ਆਨੰਦ ਕਾਰਜ ਦੀ ਰੀਤੀ ਨਾਲ ਵਿਆਹ ਦਾ ਕੋਈ ਖਰਚਾ ਨਹੀਂ। ਜਿਹੜਾ ਵੀ ਖਰਚਾ ਪੈਦਾ ਕੀਤਾ ਹੈ ਸਾਡੀ ਆਪਣੀ ਮਨ ਦੀ ਮੱਤ ਹੋ ਸਕਦੀ ਹੈ। ਆਨੰਦ ਕਾਰਜ ਦੀ ਰੀਤੀ ਨਾਲ ਵਿਆਹ ਦਾ ਖਰਚਾ ਪਤਾ ਕਿੰਨਾ ਹੈ ਕਿ ਜੇ 100 ਬੰਦੇ ਨੇ ਆਉਣਾ ਹੈ ਤੇ ਵੱਧ ਤੋਂ ਵੱਧ 1 ਕਿਲੋ ਕੜਾਹ ਪ੍ਰਸ਼ਾਦ ਦੀ ਦੇਗ ਬੜੀ ਹੈ ਔਰ ਅਰਦਾਸ ਹੋ ਕੇ, ਲਾਵਾਂ ਦਾ ਪਾਠ, ਸਾਰੀ ਸੇਵਾ ਹੋ ਕੇ ਆਨੰਦ ਕਾਰਜ ਦੀ ਜਿਹੜੀ ਆਪਾਂ ਜ਼ਰੂਰਤ ਹੈ ਨਾ ਵੀ ਵਿਆਹ ਦੇ ਵਿੱਚ ਕੀ ਖਰਚਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਦਾ ਖਰਚਾ ਹੈ, ਹੋਰ ਇਸ ਤੋਂ ਬਿਨਾਂ ਕੋਈ ਬਹੁਤਾ ਨਹੀਂ। ਪਰ ਅਸੀਂ ਕਿੱਥੇ ਇਹਨਾਂ ਖਰਚਿਆਂ ਨੂੰ ਲੈ ਗਏ ਆ, ਉਹ ਗੱਲ ਸਾਡੀ ਆਪਣੀ ਵਿਚਾਰਨ ਵਾਲੀ ਹੈ ਕਿ ਇੱਥੋਂ ਤੱਕ ਵੀ ਸਿੱਖਾਂ ਦੇ ਵਿੱਚ ਵਿਆਹ ਇੱਕ ਵਪਾਰ ਬਣ ਗਿਆ, ਇੱਕ ਸੌਦੇਬਾਜ਼ੀ ਬਣ ਚੁੱਕਿਆ, ਜੋ ਕਿ ਇੱਕ ਮਾੜਾ ਦੁਖਾਂਤ ਹੈ ਔਰ ਉਹਦੇ ਸਿੱਟੇ ਵੀ ਬੜੇ ਗੰਭੀਰ ਨਿਕਲ ਰਹੇ ਨੇ। ਪਰ ਜਿਹਦੇ ਨਾਲ ਹੋ ਜਾਂਦੀ ਹੈ ਫਿਰ ਗੱਲ ਇੱਥੇ ਆ ਕੇ ਮੁੱਕਦੀ ਹੈ ਵੀ ਚਲੋ ਜੀ ਰੱਬ ਦੀ ਕੀਤੀ ਹੈ, ਸਾਡੇ ਵੱਸ ਦੀ ਗੱਲ ਨਹੀਂ। ਪਰ ਕਾਰਨ ਇਹ ਹੁੰਦਾ ਵੀ ਅਸੀਂ 90% ਅਸੀਂ ਆਪ ਉਹਦੀ ਬੀਜ ਉਹ ਬੀਜਿਆ ਹੁੰਦਾ ਵੀ ਜਿਹਦੇ ਬਾਅਦ ਵਿੱਚ ਫਲ ਜਿਹੜੇ ਉਹ ਕੌੜੇ ਲੱਗਦੇ ਨੇ। ਫਿਰ ਦੋਸ਼ ਰੱਬ ਦਾ, ਕਿਉਂਕਿ ਗਲਤੀ ਅਸੀਂ ਆਪਣੀ ਤੇ ਕਦੀ ਕੱਢਣੀ ਨਹੀਂ ਨਾ। ਤੇ ਗੁਰੂ ਪਾਤਸ਼ਾਹ ਮਿਹਰ ਕਰੇ, ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ। 7 ਨੰਬਰ, ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ। ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਵੀ ਨਹੀਂ ਕਰਨਾ, ਭਾਵੇਂ ਕਿ ਕਾਨੂੰਨੀ ਤੌਰ ਤੇ ਵੀ ਕੁਝ ਉਮਰ ਨਿਸ਼ਚਿਤ ਕੀਤੀ ਗਈ ਹੈ ਵੀ ਇੰਨੀ ਉਮਰ ਤੱਕ ਵਿਆਹ ਹੋਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਜੇ ਬੱਚੇ ਬੱਚੀ ਦਾ ਵਿਆਹ ਹੁੰਦਾ ਤੇ ਉਹ ਕਾਨੂੰਨੀ ਤੌਰ ਤੇ ਜੁਰਮ ਮੰਨਿਆ ਜਾਂਦਾ ਹੈ। ਪਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਪਹਿਲਾਂ ਹੀ ਤਾਕੀਦ ਹੈ ਇਸ ਗੱਲ ਦੀ ਕਿ ਜਦੋਂ ਲੜਕੀ ਜਾਂ ਲੜਕਾ ਸਰੀਰ ਆਚਰਣ ਪੱਖੋਂ ਇਸ ਦੇ ਯੋਗ ਹੋਵੇ, ਵਿਆਹ ਉਦੋਂ ਹੀ ਕੀਤਾ ਜਾਵੇ। ਕਈ ਵਾਰੀ ਸਥਾਨਕ ਪਾਉਣ ਪਾਣੀ, ਖੁਰਾਕ, ਇਸ ਤਰ੍ਹਾਂ ਦੇ ਕਾਰਨਾਂ ਕਰਕੇ, ਸਰੀਰ ਆਚਰਣ ਕਰਕੇ ਬੱਚਾ ਬੱਚੀ ਜਦੋਂ ਵਿਆਹ ਦੇ ਲਾਇਕ ਹੋਣ ਉਦੋਂ ਹੀ ਵਿਆਹ ਹੋਣਾ ਚਾਹੀਦਾ। ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ। ਬਹੁਤ ਛੋਟੀ ਉਮਰ ਦੇ ਬੱਚਿਆਂ ਦਾ ਵਿਆਹ ਕਰਨਾ ਜਿਹੜਾ ਇਹ ਵੀ ਗੁਰਮਤ ਨਹੀਂ ਹੈ। ਹਾਹਾ ਨੰਬਰ, ਜਦ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ ਆਨੰਦ ਪੜ੍ਹਾਇਆ ਜਾਵੇ। ਜਦ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਜ਼ਰੂਰੀ ਹੈ
कि गृहस्थ की जिम्मेवारी निभाउण वास्ते बच्चे नूं इन्नी कुछ समझ होनी जरूरी है विआह दे समय कि गृहस्थ जीवन आरंभ करन वास्ते मेरियां कुछ नवीं जिम्मेवारियां आरंभ होणियां ने, उन्हां दे बारे विच आगाह करना मापियां दा फर्ज है बच्ची नूं कि ये सारियां गृहस्थ दियां जिम्मेवारियां गृहस्थ दे फर्ज जिहड़े ने वो बच्ची नूं समझा दिते जाण। मानसिक तौर ते बच्ची तैयार होवे योग होवे उस समय ही विआह करना चाहिए। इत्थे बकायदा लिखिया भी जद लड़की शरीर मन ते आचार करके विआह योग होवे। बेनती करां, हिंदुस्तान दे विच विदेशी जरवाणियां ने आके जिथे हिंदुस्तान दी धन दौलत लुटी, उत्थे वो हिंदुस्तान दे लोकां दियां धीआं भी लै जांदे सन। बहुत कुछ लंबा इतिहास है। ते उस समय इथों तक विचार आ गए भी बहुत छोटी उम्र दियां धीआं दा विआह कर दिता जाए ते इहदी जिम्मेवारी इहदे पति दी बन जाएगी। इस ढंग दा प्रचलन भी रहा। इथों तक कई कहावतां प्रचलित हो गईयां भी कुड़ी पेट ते कणक खेत, पहले सौदा हो जाना, जम्मण तो पहला ही वो विचार हो जानी आपस विच हो जाती सी भी जे बच्चा जिहड़ा होण वाला तेरे घर विच लड़की होई ते दूसरे ने कहना भी मेरे लड़का होया तो आपां इन्हां दोवां दा विआह करांगे, पहला ही तय हो जाना। उहदा एक ये सी कि हिंदुस्तान ते बाहर दे जरवाणे आके जुल्म करदे धीआं नूं लै जांदे। वो इस तरह का कोई ना कोई हल लभना चाहुंदे सन पर इस तरह का कुछ हो ना सकिया। उते गुरु पातशाह दे सिंघां ने उन्हां दा रस्ता रोकिया। हिंदुस्तान दे जांदे होए हुसन नूं वापस लैके आंदा ते उन्हां दे घरां तक पहुंचाया। ये कोई समाधान नहीं सी कि छोटी उम्र विच बच्चियां दा विआह कर देना, पर ऐसा हुंदा रहा कि जां ते बच्चियां नूं जम्मदियां मार देना जां बहुत छोटियां दा विआह कर देना। एक लंबी विचार चर्चा है। सो इस करके ये विचार सिख रहत मर्यादा विच पाई है कि जब लड़की शरीर मन ते आचार करके विआह करन दे योग हो जावे तां किसे योग सिख नाल आनंद पढ़ाया जावे। अगला नंबर कक्का, आनंद तो पहला कुड़माई दी रस्म जरूरी नहीं, पर जे करनी होवे तां लड़की वाले किसे दिन संगत जोड़ के श्री गुरु ग्रंथ साहिब जी दे हजूर अरदासा सोध के एक कृपान कड़ा ते कुछ मिठा लड़के दे पल्ले पा देण। आनंद तो पहला कुड़माई दी रस्म जरूरी नहीं, सिख रहत मर्यादा। पर असी आनंद कारज तो पहला कली कुड़माई दी गल नहीं, पहला रोका फिर ठाका फिर सगन फिर किते विआह दी गल आउंदी है। जदों कि गुरमत रहत मर्यादा मुताबक इन्हां दी कोई लोड़ नहीं, पर जे करनी होवे तां लड़की वाले किसे दिन संगत जोड़ के श्री गुरु ग्रंथ साहिब जी दे हजूर अरदासा सोध के एक कृपान कड़ा ते कुछ मिठा लड़के दे पल्ले पा देण। वैसे ते कुड़माई दी रस्म जरूरी नहीं, जे ऐसा मन्निया जावे भी चलो होना चाहिए ते सिख रहत मर्यादा दे मुताबिक कृपान कड़ा ते कुछ मिठा लड़के दे पल्ले पा देण दी इजाजत दिती गई है। ਜਿਹੜੀਆਂ रस्मां असी निभा रहे हैं ਵੱਡੇ ਵੱਡੇ ਕੜਿਆਂ ਵਾਲੀਆਂ ਚੈਨੀਆਂ ਵਾਲੀਆਂ ਇੱਥੋਂ ਤੱਕ ਪੰਜਾਬ ਦੇ ਵਿੱਚ ਤੇ ਵੇਖਿਆ, ਇੱਥੇ ਦਾ ਮੈਨੂੰ ਬਹੁਤਾ ਪਤਾ ਨਹੀਂ ਵੀ ਸਗਨ ਦੇ ਉੱਤੇ ਇੰਨਾ ਕੁ ਸਮਾਨ ਆ ਜਾਂਦਾ ਹੈ ਵੀ ਗਿਣਤੀ ਦੀ ਗੱਲ ਨਹੀਂ ਰਹਿ ਗਈ। ਕੋਈ 2 4 5 7 ਚੀਜ਼ਾਂ ਤੋਂ ਗੱਲ ਚੱਲੀ, ਜਿਨ੍ਹਾਂ ਕਿ ਕਿਸੇ ਕੋਲ ਪੈਸਾ ਉਹ ਪੂਰਾ ਜ਼ੋਰ ਲਾ ਰਿਹਾ ਹੈ
ਤੇ ਇਸ ਢੰਗ ਦੇ ਨਾਲ ਜਿਹਨੂੰ ਮਿਲ ਰਿਹਾ ਉਹ ਖੁਸ਼ ਵੀ ਹੋ ਰਿਹਾ ਹੁੰਦਾ ਕਿ ਮੇਰੇ ਘਰ ਵਿੱਚ ਇੰਨਾ ਸਮਾਨ ਆਇਆ, ਪਰ ਇਸ ਗੱਲ ਦੀ ਕੋਈ ਵਿਚਾਰ ਨਹੀਂ ਕਰਦਾ ਕਿ ਜਦੋਂ ਆਪਣੇ ਘਰੋਂ ਧੀ ਦਾ ਇਹ ਕਾਰਜ ਕਰਨਾ, ਇੰਨਾ ਕੁਝ ਇਸ ਤੋਂ ਵੀ ਵੱਧ ਉਹਨਾਂ ਦੂਜਿਆਂ ਦੇ ਘਰ ਵੀ ਪਹੁੰਚਾਉਣਾ ਪੈਣਾ ਹੈ, ਕਿਉਂਕਿ ਜੇ ਲਿਆ ਹੈ ਤੇ ਫਿਰ ਪਹੁੰਚਾਉਣਾ ਵੀ ਪੈਣਾ ਹੈ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਦੇਣ ਦੀ ਜ਼ਰੂਰਤ ਸੀ, ਪਰ ਜ਼ਰੂਰੀ ਸੀ ਨਾ ਜੇ ਆਪਾਂ ਰਹਿਤ ਮਰਿਆਦਾ ਨਾਲ ਕੋਈ ਸਾਂਝ ਪਾਈ ਹੁੰਦੀ। ਹੁਣ ਤੇ ਵੇਖੋ ਵੇਖੀ ਪ੍ਰਚਲਨ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਇਹਨਾਂ ਰਸਮਾਂ ਤੋਂ ਮੁੜਨਾ ਹੀ ਜਿਵੇਂ ਅਸੰਭਵ ਲੱਗਣ ਲੱਗ ਪਿਆ। ਪਰ ਜਿਸ ਦਿਨ ਸਿੱਖ ਗੁਰਮਤਿ ਰਹਿਤ ਮਰਿਆਦਾ ਦੇ ਨੇੜੇ ਆ ਜਾਏਗਾ, ਇਹ ਫਜ਼ੂਲ ਦੇ ਕਰੋੜਾਂ ਦੇ ਖਰਚੇ ਜਿਹੜੇ ਲੱਖਾਂ ਦੇ ਨੇ ਬਚ ਸਕਦੇ ਨੇ। ਗੁਰੂ ਪਾਤਸ਼ਾਹ ਮਿਹਰ ਕਰੇ, ਸਾਦੇ ਵਿਆਹ ਜਿਹੜੇ ਨੇ ਉਹ ਕਰਕੇ ਮਨੁੱਖ ਸਚਾਈ, ਪਰਉਪਕਾਰ, ਲੋਕ ਭਲਾਈ ਵਾਸਤੇ ਇਸ ਪੈਸੇ ਦਾ ਨੂੰ ਵਰਤੋਂ ਇਹਦੀ ਕਰ ਸਕਦਾ ਹੈ। ਗੁਰੂ ਪਾਤਸ਼ਾਹ ਮਿਹਰ ਕਰੇ। ਥੋੜਾ ਜਿਹਾ ਇਸ਼ਾਰੇ ਮਾਤਰ ਬੇਨਤੀ ਕਰਦੇ ਹਾਂ। ਜਦੋਂ ਕਦੀ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਸਮਾਂ ਸੀ, ਆਪ ਜੀ ਨੂੰ ਪਤਾ ਹੋਏਗਾ, ਉਦੋਂ 11 ਬੰਦੇ ਬਰਾਤ ਦੇ ਲੈ ਕੇ ਵਿਆਹ ਕਰਨ ਵਾਲੀ ਰੀਤ ਸੀ, ਭਾਵੇਂ ਕਿ ਡਰਦਿਆਂ ਹੀ ਸੀ, ਪਰ ਕੁਝ ਸਮਾਂ ਰਹੀ ਹੈ। ਪਰ ਜਦੋਂ ਡਰ ਚੁੱਕਿਆ ਗਿਆ ਉਦੋਂ ਫਿਰ ਅਸੀਂ ਆਪਣੀ ਆਈ ਤੇ ਆ ਗਏ। ਤੇ ਗੁਰੂ ਪਾਤਸ਼ਾਹ ਮਿਹਰ ਕਰੇ। ਮੈਂ ਤੇ ਕਹਿੰਦਾ ਹੁੰਦਾ ਵੀ ਕੋਈ ਚੀਜ਼ ਕਿਸੇ ਨੂੰ ਡਰਾ ਕੇ ਲੰਬਾ ਸਮਾਂ ਨਹੀਂ ਕਰਵਾਈ ਜਾ ਸਕਦੀ, ਹਾਂ ਜੇ ਸਮਝ ਵਿੱਚ ਆ ਜਾਏ ਸਮਝਾ ਕੇ ਲਾਗੂ ਹੋ ਸਕਦੀ ਹੈ। ਤੇ ਗੁਰੂ ਪਾਤਸ਼ਾਹ ਮਿਹਰ ਕਰੇ, ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰਦੇ ਹਾਂ, ਐਸੀ ਸੂਝ ਸਮਝ ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਸਾਰੇ ਮਿਲ ਬੈਠ ਇਸ ਤਰ੍ਹਾਂ ਦੇ ਗੁਰਮਤਿ ਰਹੁ ਰੀਤੀ ਜਿਹੜੀ ਸਾਡਾ ਆਨੰਦ ਕਾਰਜ ਹੈ, ਇਸ ਮਰਿਆਦਾ ਨੂੰ ਨਿਭਾ ਸਕੀਏ। ਮੈਂ ਸਮਝਦਾ ਹਾਂ ਕਿ ਸਮਾਜਿਕ ਤੌਰ ਤੇ ਬੰਦੇ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ। ਇੱਕ ਗੁਰਮਤਿ ਅਨੁਸਾਰ ਵਿਆਹ ਕਰਨਾ ਚਾਹੁੰਦਾ ਹੈ, 4 ਰਿਸ਼ਤੇਦਾਰ ਨਹੀਂ ਖਲੋਣ ਦਿੰਦੇ, ਲੋਕ ਕੀ ਆਖਣਗੇ, ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਪਰ ਹੌਲੀ ਹੌਲੀ ਆਪਾਂ ਜੇ ਯਤਨ ਕਰਾਂਗੇ ਤੇ ਗੁਰੂ ਪਾਤਸ਼ਾਹ ਮਿਹਰ ਕਰੇ, ਇੱਕ ਸਮਾਜ ਜਿਵੇਂ ਅਸੀਂ ਬਹੁਤੇ ਖਿਲਾਰੇ ਤੇ ਖਰਚੇ ਵਾਲਾ ਸਿਰਜ ਲਿਆ ਨਾ, ਜੇ ਘਟਾਉਣ ਵਾਲਾ ਸਿਰਜਿਆ ਗਿਆ ਤੇ ਵੇਖੋ ਵੇਖੀ ਇਸ ਪਾਸੇ ਵੀ ਤੁਰਿਆ ਜਾ ਸਕਦਾ ਹੈ। ਲੋੜ ਹੁੰਦੀ ਹੈ ਚੱਲਦੇ ਵਹਿਣ ਨੂੰ ਬਦਲਣ ਵਾਸਤੇ ਕੁਝ ਲੋਕਾਂ ਨੂੰ ਡਟ ਕੇ ਖਲੋਣਾ ਪੈਂਦਾ ਹੈ। ਗੁਰੂ ਪਾਤਸ਼ਾਹ ਮਿਹਰ ਕਰੇ, ਅਸੀਂ ਦ੍ਰਿੜਤਾ ਬਖਸ਼ੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।